ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਸਿਰਲੇਖ ਹੈ ਰਾਣਾ ਭਬੋਰ। ਸੂਰਜ ਪ੍ਰਕਾਸ਼ ਨੇ ਇਸ ਨੂੰ ਬਿਪੋਰ ਤੇ ਭਬੋਰ ਦੋਹਾਂ ਤਰ੍ਹਾਂ ਲਿਖਿਆ ਹੈ। ਸੋ ਇਸ ਲਿਖਤ ਨੂੰ ਅਸੀਂ 4 ਹਿੱਸਿਆਂ ਵਿੱਚ ਪੜ੍ਹਨ ਦੀ ਕੋਸ਼ਿਸ਼ ਕਰਾਂਗੇ ਜੀ। ਸੋ ਪਹਿਲਾ ਹਿੱਸਾ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ। ਰਾਤ ਕਿੰਨੀ ਹੀ ਲੰਘ ਗਈ, ਰਾਣਾ ਜੀ ਘਰ ਨਹੀਂ ਆਏ। ਰਾਣੀ ਬੇਸੁੱਧ ਪਈ ਹੈ, ਗੋਲੀਆਂ ਬਾਂਦੀਆਂ ਵੀਣੀ ਫੜੀ ਬੈਠੀਆਂ ਹਨ। ਵੈਦ ਜੀ ਪਾਸ ਹਨ, ਦਵਾਈ ਦੇ ਰਹੇ ਹਨ, ਪਰ ਹੋਸ਼ ਨੇ ਪਰਤਾ ਨਹੀਂ ਖਾਦਾ। ਰਾਜੇ ਵੱਲ ਆਦਮੀ ਤੇ ਆਦਮੀ ਜਾ ਰਿਹਾ ਹੈ, ਪਰ ਉਹ ਆਏ ਨਹੀਂ। ਸਵਾ ਪਹਿਰ ਲੰਘ ਗਈ ਤਾਂ ਰਾਣਾ ਉਦੈ ਸੈਨ ਮਹਿਲੀ ਆਏ। ਅੱਗੋਂ ਰਾਣੀ ਦੀ ਇਹ ਦਸ਼ਾ ਵੇਖ ਕੇ ਬੜੇ ਘਬਰਾਏ। ਵੈਦ ਨੂੰ ਪੁੱਛਿਆ, ਉਸ ਦੱਸਿਆ ਕੋਈ ਡਾਢਾ ਸਦਮਾ ਹੋਇਆ ਹੈ, ਜਿਸ ਦੀ ਚੋਟ ਦਾ ਅਸਰ ਹੈ। ਨਾਜ਼ਕ ਵੇਲਾ ਬੀਤ ਚੁੱਕਾ ਹੈ, ਹੁਣ ਤਬੀਅਤ ਵਾਪਸ ਆ ਰਹੀ ਹੈ, ਨਬਜ਼ ਠੀਕ ਹੈ, ਹੋਸ਼ ਪਰਤਣ ਵਾਲੀ ਹੈ, ਹੁਣ ਖਤਰਾ ਨਹੀਂ। ਫਿਰ ਰਾਜੇ ਨੇ ਗੋਲੀ ਤੋਂ ਕਾਰਨ ਪੁੱਛਿਆ। ਗੋਲੀ ਬੋਲੀ, ਮਹਾਰਾਜ ਜੀ ਚੰਗੇ ਭਲੇ ਬੈਠੇ ਗੱਲਾਂ ਕਰਦੇ ਰਹੇ, ਪਾਰ ਜੋ ਜੰਗ ਮਚਿਆ ਹੈ ਉਸ ਦੇ ਹਾਲ ਪੁੱਛਦੇ ਸੁਣਦੇ ਰਹੇ ਹਨ। ਜਦੋਂ ਕਿਸੇ ਨੇ ਇਹ ਖਬਰ ਦੱਸੀ ਕਿ ਪਹਾੜੀਆਂ ਦੀ ਜਿੱਤ ਹੋ ਗਈ ਹੈ ਤੇ ਗੁਰੂ ਜੀ ਘੇਰੇ ਵਿੱਚ ਘਿਰ ਕੇ ਕਾਇਲ ਹੋ ਦੇ ਤਿਆਗ ਗਏ ਹਨ, ਤਦੋਂ ਇੱਧਰ ਉੱਧਰ ਤੱਕ ਕੇ ਚੁੱਪ ਜਿਹੇ ਹੋ ਗਏ, ਅੱਖਾਂ ਨਹੀਂ ਝਮਕੀਆਂ ਤੇ ਫਿਰ ਤੜ ਕਰਦੇ ਟਹਿ ਪਏ। ਉਸ ਵੇਲੇ ਤੋਂ ਹੋਸ਼ ਨਹੀਂ ਪਰਤੀ। ਵੈਦ ਜੀ ਸਾਰਾ ਜ਼ੋਰ ਲਾ ਥੱਕੇ ਹਨ। ਉਹ ਹਾਲ ਹੈ। ਰਾਣਾ ਸਮਝ ਗਿਆ ਕਿ ਰਾਣੀ ਦੇ ਅੰਦਰ ਕਿਸੇ ਡੂੰਗੀ ਤਰਬ ਨੂੰ ਸੱਟ ਵੱਜੀ ਹੈ, ਜਿਸ ਨੇ ਇਹ ਅਸਰ ਪਾਇਆ ਹੈ। ਥੋੜਾ ਚਿਰ ਸੋਚ ਕੇ ਰਾਣੇ ਨੇ ਵੈਦ ਤੋਂ ਗੋਲੀਆਂ ਨੂੰ ਥੋੜੇ ਚਿਰ ਲਈ ਬਾਹਰ ਟੋਰਿਆ ਤੇ ਆਪ ਰਾਣੀ ਦਾ ਹੱਥ ਹੱਥਾਂ ਵਿੱਚ ਲੈ ਕੇ ਪਿਆਰ ਨਾਲ ਮਲਿਆ ਤੇ ਨਰਮ ਨਰਮ ਕੁੱਟਿਆ ਤੇ ਕੰਨਾਂ ਨਾਲ ਮੂੰਹ ਲਾ ਕੇ ਸਹਿਜੇ ਸਹਿਜੇ ਕਹਿਣਾ ਸ਼ੁਰੂ ਕੀਤਾ, ਪ੍ਰਿਆਵਰ, ਗੁਰੂ ਜੀ ਰਾਜ਼ੀ ਖੁਸ਼ੀ ਉਰਾਰ ਆ ਗਏ ਹਨ। ਇਹ ਗੱਲ ਕੋਈ ਘੜੀ ਪੱਕੀ ਆਪ ਉਸਦੇ ਕੰਨ ਵਿੱਚ ਦੁਹਰਾਈ ਗਏ ਕਿ ਅਚਾਨਕ ਅੱਖ ਖੁੱਲ ਗਈ। ਇਹ ਦੇਖ ਰਾਣੇ ਨੇ ਸਹਿਜ ਨਾਲ ਸਿਰ ਤੇ ਹੱਥ ਫੇਰਿਆ ਤੇ ਆਖਿਆ, ਗੁਰੂ ਜੀ ਰਾਜ਼ੀ ਖੁਸ਼ੀ ਉਰਾਰ ਆ ਪਹੁੰਚੇ ਹਨ। ਰਾਣੀ, ਹੈਂ ਕੀ? ਚੁੱਪ ਹੋ ਕੇ ਫਿਰ ਸਹਿਜੇ, ਕੀ ਆਖਿਆ ਨੇ? ਰਾਜਾ, ਗੁਰੂ ਜੀ ਰਾਜ਼ੀ ਖੁਸ਼ੀ ਹਨ। ਰਾਣੀ, ਹੈਂ, ਉਰਾਰ ਆ ਗਏ ਨੇ ਕੀ? ਰਾਜਾ, ਗੁਰੂ ਜੀ ਰਾਜ਼ੀ ਖੁਸ਼ੀ ਹਨ। ਰਾਣੀ, ਹੈ ਸੱਚ ਰਾਜ਼ੀ ਖੁਸ਼ੀ? ਨਿੱਕੋ ਦੀ ਜੀਭ ਸਾੜ ਦਿਓ, ਸੱਚ? ਰਾਜਾ, ਸੱਚ ਰਾਜ਼ੀ ਖੁਸ਼ੀ ਹਨ। ਰਾਣੀ, ਮੇਰੀ ਸਹੁੰ ਸੱਚ ਦੱਸੋ। ਰਾਜਾ, ਸੱਚ ਹੈ, ਸੱਚ ਹੈ, ਉਹ ਤਾਂ ਦੁਸ਼ਮਣਾਂ ਨੂੰ ਮਾਰ ਪਛਾੜ ਉਰਾਰ ਆ ਗਏ ਹਨ। ਰਾਣੀ, ਕਿੱਥੇ? ਰਾਜਾ, ਬਸਾਲੀ ਦੇ ਰਾਜ ਵਿੱਚ ਪਰਿਵਾਰ ਤੇ ਲਸ਼ਕਰ ਸਣੇ ਆ ਗਏ ਹਨ। ਰਾਣੀ, ਤੇ ਵੈਰੀ? ਰਾਜਾ, ਪਾਰ ਆਪਣਾ ਸਿਰ ਤੋੜ ਰਹੇ ਹਨ, ਜਿੱਤ ਨਾ ਸਕਣ ਉੱਤੇ ਪਿੱਟ ਰਹੇ ਹਨ। ਰਾਣੀ ਦੀਆਂ ਅੱਖਾਂ ਮਿਟ ਗਈਆਂ, ਹੁਣ ਬੇਹੋਸ਼ ਨਹੀਂ ਹੋਈ, ਕਿਸੇ ਸ਼ੁਕਰ ਤੇ ਸਵਾਦ ਵਿੱਚ ਗੁੰਮ ਹੋ ਕੇ ਅੱਖਾਂ ਵਿੱਚੋਂ ਪਾਣੀ ਕਿਰਿਆ। ਜਿਉਂ-ਜਿਉਂ ਹੰਝੂ ਕਿਰੇ, ਸੁਰਤ ਤਕੜੀ ਹੋਈ, ਸਿਰ ਸਾਫ਼ ਹੋ ਗਿਆ ਤੇ ਤਾਕਤ ਬਣਾਈ, ਪਰ ਅਜੇ ਹਿਲ-ਜੁਲ ਨਹੀਂ ਹੁੰਦਾ। 2 ਕੁ ਦਿਨ ਰਾਣੀ ਪਲੰਗ ਪਰ ਰਹੀ। ਤਾਕਤ ਕੁਝ ਘੱਟ ਸੀ, ਉਂਝ ਵੱਲ ਸੀ, ਕੇਵਲ ਸਰਦੀ ਤੇ ਨਾਤਾਕਤੀ ਆਪਣਾ ਅਸਰ ਨਹੀਂ ਛੋੜਦੀ ਸੀ। 30 ਦਿਨ ਤਾਕਤ ਨੇ ਚੰਗਾ ਮੋੜਾ ਖਾਧਾ। ਸ਼ਾਮਾਂ ਦਾ ਵੇਲਾ ਹੈ, ਤਾਰੇ ਡਲਕ ਉੱਠੇ ਹਨ, ਨੀਲਾ ਨੀਲਾ ਆਕਾਸ਼ ਕੁਝ ਕਣੀਆਂ ਵਸਾ ਕੇ ਨਿਰਮਲ ਲੱਸ ਰਿਹਾ ਹੈ।
वाह हारे पलंग टट्ठा है, राणा पास बैठा है, गोली बांधी पास कोई नहीं। सहजे सहजे कोई मर्मां ਦੀਆਂ ਗੱਲਾਂ ਜਾਰੀ ਹਨ। ਰਾਣੀ, ਸਾਈਂ ਜੀਓ ਕਦ ਤੱਕ ਇਹ ਚੁੱਪ, ਕਦ ਦਰਸ਼ਨ ਹੋਣਗੇ। ਰਾਣਾ, ਜਦ ਕਰਮ। ਹਾਂ ਦੱਸੋ ਤਾਂ ਸਹੀ, ਤੁਸਾਨੂੰ ਕਿਵੇਂ ਸੱਟ ਲੱਗੀ। ਰਾਣੀ, ਹਾਏ ਯਾਦ ਕੀਤਿਆਂ ਫਿਰ ਉਹ ਪੀੜ ਪੈਂਦੀ ਹੈ। ਸਾਈਂ ਉਹ ਘੜੀ ਸਿਰ ਦੇ ਵੈਰੀ ਨੂੰ ਨਾ ਦੱਸੇ। ਰਾਣਾ, ਜੇ ਦੁੱਖ ਹੁੰਦਾ ਹੈ ਤਾਂ ਨਾ ਦੱਸੋ। ਰਾਣੀ, ਜਿਉ ਦੱਸਦੀ ਹਾਂ। ਨਿੱਕੋ ਬਾਹਰੋਂ ਭੱਜੀ ਭੱਜੀ ਆਈ ਤੇ ਕਹਿਣ ਲੱਗੀ, ਪਾਪੀਆਂ ਦਾ ਜ਼ੋਰ ਚੱਲ ਗਿਆ। ਗੁਰੂ ਗੋਬਿੰਦ ਸਿੰਘ ਜੀ ਕਾਇਲ ਹੋ ਕੇ। ਬਸ ਕੀ ਕਹਾਂ, ਮੇਰੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ ਤੇ ਹੋਸ਼ ਗੁੰਮ ਹੋ ਗਈ। ਕਾਲਾ ਅੰਧਕਾਰ ਜਗਤ ਦਿਸਿਆ ਤੇ ਮੈਂ ਵਿੱਚ ਇਕੱਲੀ ਡਰ ਨਾਲ ਮਾਨੋ ਮਰ ਗਈ। ਰਾਣਾ, ਨਿੱਕੋ ਬੜੀ ਮੂਰਖ ਹੈ, ਉਹ ਤਾਂ ਮਹਾਬਲੀ ਹੈ। ਅਸਲ ਵਿੱਚ ਉਹਨਾਂ ਦਾ ਇੱਕ ਸੈਨਾਪਤੀ ਸਾਹਿਬ ਚੰਦ ਉਸ ਦਿਨ ਮਾਰਿਆ ਗਿਆ ਸੀ ਤੇ ਉਸ ਮਹਾਸੂਰਮੇ ਦਾ ਘੋਰ ਸੰਗਰਾਮ ਰਚ ਕੇ ਸੂਰਮਗਤੀ ਦੀ ਅਵਧੀ ਕਰਕੇ ਸ਼ਹੀਦੀ ਪਾਣਾ ਇਹ ਖਬਰ ਧੁਮਾ ਗਿਆ ਸੀ ਕਿ ਉਹ ਗੁਰੂ ਜੀ ਆਪ ਸਨ। ਉਹ ਪਹਿਲੀ ਉਡਦੀ ਬੇਥਵੀਂ ਖਬਰ ਨਿੱਕੋ ਨੇ ਲਿਆ ਤੁਹਾਡੇ ਕੰਨ ਪਾਈ। ਦੁੱਖ ਹੋਇਆ, ਪਰ ਸ਼ੁਕਰ ਹੈ ਖਬਰ ਝੂਠੀ ਨਿਕਲੀ ਤੇ ਅਸਲ ਗੱਲ ਉਲਟੀ ਨਿਕਲੀ, ਜੋ ਉਹ ਫਤਿਹ ਪਾ ਕੇ ਉਰਾਰ ਆ ਗਏ ਹਨ। ਘੋਰ ਸੰਗਰਾਮ ਕਰਕੇ ਦਰਿਆ ਟੱਪ ਜਾਣਾ ਸੈਨਾ ਸਣੇ ਤੇ ਮੁਰਦਿਆਂ ਤੱਕ ਨੂੰ ਸੰਭਾਲ ਲੈਣਾ, ਇਹ ਇੱਕ ਫਤਿਹ ਸੀ ਜਿਸ ਨੇ ਮੂਰਖਾਂ ਦੇ ਦਿਲ ਤੋੜ ਦਿੱਤੇ ਤੇ ਵਜ਼ੀਰ ਖਾਂ ਸਿਰ ਧੁਣਦਾ ਪਹਾੜੀਆਂ ਤੋਂ ਜੰਗ ਦਾ ਖਰਚ ਲੈ ਕੇ ਮੁੜ ਗਿਆ ਤੇ ਰਾਜੇ ਸਾਰੇ ਪਏ ਖਾਲੀ ਖਜ਼ਾਨੇ ਤੇ ਮੁਕਾਲਕਾਂ ਵੇਖ ਕੇ ਪਿੜਦੇ ਹਨ। ਰਾਣੀ, ਗੁਰੂ ਜੀ ਹੁਣ ਕਿੱਥੇ ਹਨ। ਰਾਣਾ, ਰਾਜਾ ਬਸਾਲੀ ਦੀ ਰਾਜਧਾਨੀ ਵਿੱਚ ਟਿਕ ਰਹੇ ਹਨ। ਉੱਥੇ ਸਾਰੇ ਯੋਧੇ ਆਰਾਮ ਪਾ ਰਹੇ ਹਨ। ਆਪ ਸ਼ਿਕਾਰ ਚੜ੍ਹਦੇ ਹਨ, ਪਾਰ ਜਾਂਦੇ ਹਨ ਤੇ ਭੀਮੇ ਦੇ ਰਾਜ ਵਿੱਚ ਨਿਰਭੈ ਵਿੱਚ ਆਉਂਦੇ ਹਨ, ਪਰ ਉਸ ਦੀ ਕੋਈ ਪੇਸ਼ ਨਹੀਂ ਜਾਂਦੀ। ਰਾਣੀ, ਕਦੋਂ ਚੱਲੋਗੇ, ਕਦੋਂ ਸੱਦੋਗੇ। ਰਾਣਾ, ਜਦੋਂ ਸੱਦਣਗੇ, ਜਦੋਂ ਆਉਣਗੇ। ਰਾਣੀ, ਹੁਣ ਤਾਂ ਪੰਗਰ ਪਾਓ, ਹੁਣ ਤਾਂ ਆਪਣੇ ਤੇ ਮੇਰੇ ਤੇ ਤਰਸ ਖਾਓ। ਪਿਆਰ ਕੀ ਤੇ ਚੁੱਪ ਦਾ ਕੀ ਉਪਦੇਸ਼ ਦਿੰਦੇ ਹੋ। ਰਾਣਾ, ਆਪਣੇ ਤੇ ਪਿਆਰਿਆਂ ਤੇ ਕੌਣ ਤਰਸ ਨਹੀਂ ਕਰਦਾ, ਪਰ ਦੈਵਗਤੀ ਪ੍ਰਬਲ ਹੈ। ਪਿਆਰ ਤੇ ਚੁੱਪ ਇਹੋ ਸਵਾਦ ਹੈ। ਪਿਆਰ ਤੇ ਰੋਲਾ, ਪਿਆਰ ਤੇ ਪੁਕਾਰ, ਇਹ ਤਾਂ ਪਿਆਰ ਦੇ ਕੱਚੇ ਹੋਣ ਦੀ ਨਿਸ਼ਾਨੀ ਹੈ। ਇੰਨੇ ਨੂੰ ਨਿੱਕੋ ਪਟਕੋ ਫਿਰ ਆ ਗਈ, ਪਰ ਅੱਜ ਹੱਸਦੀ ਹੱਸਦੀ ਆਈ। ਜੀ ਮੈਂ ਸੋਹਣੀ ਸੋ ਲਿਆਈ ਹਾਂ। ਰਾਣੀ, ਕੋਈ ਪੱਕੀ ਗੱਲ ਹੋਵੇ ਤਾਂ ਦੱਸੀ, ਐਵੇਂ ਲਾਰੇ ਲਾਲਾ ਨਾ ਖਪਾਵੀਂ। ਨਿੱਕੋ, ਜੀ ਪੱਕੀ ਗੱਲ ਹੈ, ਸਤਿਗੁਰੂ ਜੀ ਨੇ ਬਸਾਲੀ ਡੇਰੇ ਲਾ ਦਿੱਤੇ ਹਨ। ਸੰਗਤਾਂ ਉੱਥੇ ਹੀ ਆਉਣ ਜਾਣ ਲੱਗ ਪਈਆਂ ਹਨ, ਪਰ ਲਾਗ ਲਾਗ ਦੀਆਂ ਖਿਆਲ ਪੈਂਦਾ ਹੈ ਕਿ ਸ਼ਾਇਦ ਇੱਥੇ ਹੀ ਰਹਿ ਪੈਣ, ਪਾਰ ਨਾ ਹੀ ਜਾਣ, ਨੇੜੇ ਆ ਗਏ। ਰਾਣੀ, ਸੋਏ ਤਾਂ ਸੋਹਣੀ ਹੈ, ਪਰ ਹੈ ਕੱਚੀ। ਕੋਈ ਵਧੇਰੇ ਸੋਹਣੀ ਗੱਲ ਦੱਸ। ਨਿੱਕੋ, ਦੱਸਾਂ। ਜ਼ਰੂਰ ਜੀਓ, ਮੈਂ ਸਦਕੇ। ਆਪ ਸ਼ਿਕਾਰ ਚੜ੍ਹਦੇ ਹਨ ਤਾਂ ਦੂਰ ਦੂਰ ਨਿਕਲ ਜਾਂਦੇ ਹਨ। ਕੱਲ ਸਾਡੇ ਰਾਜ ਵਿੱਚ ਵੀ ਚਰਨ ਪਾ ਗਏ, ਰੰਗ ਲਾ ਗਏ ਹਨ। ਇਹ ਸੁਣ ਕੇ ਰਾਣੀ ਦੇ ਨੈਣ ਭਰ ਆਏ, ਪਰ ਰਾਜਾ ਦੇ ਬੰਦ ਹੋ ਗਏ। ਇਹ ਰਾਣਾ ਰਾਣੀ ਕੌਣ ਹਨ। ਜਦੋਂ ਸਤਿਗੁਰੂ ਜੀ ਨੇ ਨਾਹਨ ਦੇ ਰਾਜ ਵਿੱਚ ਪੌਂਟਾ ਵਸਾਇਆ ਤੇ ਜਮਨਾ ਤਟ ਖੇਲ ਮਚਾਏ ਸਨ, ਤਦੋਂ ਰਾਜੇ ਨਾਹਨ ਨੂੰ ਤਾਰਿਆ ਸੀ। ਉਸਨੇ ਹੀ ਆਪਣੀ ਰਾਜਧਾਨੀ ਵਿੱਚ ਬਹੁਤ ਚਿਰ ਰੱਖਿਆ, ਸੇਵਾ ਤੇ ਭਾਵ ਭਗਤੀ ਕੀਤੀ ਸੀ। ਇਹ ਰਾਣੀ ਤਦੋਂ ਇੱਕ ਮੁਟਿਆਰ ਕਨਿਆ ਸੀ ਤੇ ਨਾਹਨ ਦੇ ਰਾਜ ਘਰਾਣੇ ਦੀ ਇੱਕ ਪੁੱਤਰੀ ਸੀ। ਗੁਰੂ ਜੀ ਫਿਰ ਪੌਂਟੇ ਚਲੇ ਗਏ, ਫਿਰ ਸਮਾਂ ਪਾ ਕੇ ਅਨੰਦਪੁਰ ਟੁਰ ਗਏ। ਇਸ ਬੀਬੀ ਦੇ ਵਿਆਹ ਦਾ ਪ੍ਰਬੰਧ ਮਾਪੇ ਕਰਨ ਲੱਗੇ।
ਗੁਰਬਾਣੀ ਦਾ ਪਿਆਰ ਬੀਬੀ ਦੇ ਅੰਦਰ ਪੈ ਚੁੱਕਾ ਸੀ। ਪਾਠ ਦੀ ਨੇਮਣ ਤੇ ਪ੍ਰੇਮਣ ਸੀ। ਸਤਿਗੁਰੂ ਜੀ ਦੇ ਇਲਾਹੀ ਦਰਸ਼ਨਾਂ ਨਾਲ ਜੀ ਉੱਠੀ ਸੀ। ਉਹਨਾਂ ਦੀ ਕਦਰ ਤੇ ਪ੍ਰੀਤ ਨਾਲ ਸੁਰਜੀਤ ਹੋਈ ਸੀ। ਜਦੋਂ ਮਾਪੇ ਵਰ ਟੁੰਡਣ ਲੱਗੇ ਤਾਂ ਇਸਨੇ ਦੇਸ਼ ਚਾਲ ਦਾ ਭੈ ਛੋੜ ਮਾਂ ਨੂੰ ਕਹਿ ਦਿੱਤਾ ਸੀ ਕਿ ਕਿਸੇ ਐਸੇ ਘਰਾਣੇ ਮੈਨੂੰ ਨਹੀਂ ਟੋਰਨਾ ਕਿ ਜਿੱਥੇ ਗੁਰੂ ਜੀ ਦਾ ਵਿਰੋਧ ਵਸਦਾ ਹੋਵੇ। ਲਗਭਗ ਸਾਰੇ ਪਹਾੜੀ ਰਾਜੇ ਉਹਨਾਂ ਨਾਲ ਈਰਖਾ ਰੱਖਦੇ ਹਨ। ਜਿਵੇਂ ਸਾਡਾ ਨਾਹਨ ਦਾ ਘਰਾਣਾ ਪਿਆਰ ਰੱਖਦਾ ਹੈ, ਐਸੇ ਕਿਸੇ ਪਿਆਰ ਵਾਲੇ ਥਾਵੇਂ ਮੈਨੂੰ ਤੋਰਨਾ। ਮਾਵਾਂ ਦੇ ਦਿਲ ਜਿੰਨੇ ਨਰਮ ਧੀਆਂ ਲਈ ਹੋਇਆ ਕਰਦੇ ਹਨ, ਉਹ ਨਰਮੀ ਦਿਲ ਦੀ ਅਦੁੱਤੀ ਹੈ। ਸਤਲੁਜ ਉਰਾਰ ਪਾਰ ਜਮਨਾ ਤੋਂ ਲੈ ਰਾਵੀ ਤੱਕ ਪਰਿਵਾਰ ਨੇ ਟੋਲ ਕੀਤੀ। ਜਾਂ ਤਾਂ ਵੈਰੀ ਬਿਨਾਂ ਰਾਜ ਘਰ ਨਾ ਲੱਭੇ, ਜੇ ਲੱਭੇ ਤਾਂ ਉੱਥੇ ਵਰ ਨਾ ਲੱਭੇ। ਬੜੀ ਖੋਜ ਭਾਲ ਮਗਰੋਂ ਭਬੋਰ ਦਾ ਰਾਜ ਘਰ ਲੱਭਾ। ਇੱਥੋਂ ਦਾ ਇਹ ਪਤਾ ਤਾਂ ਲੱਗ ਗਿਆ ਕਿ ਕਦੇ ਸਤਿਗੁਰਾਂ ਨਾਲ ਲੜਿਆ ਨਹੀਂ, ਪਰ ਟਿੱਕੇ ਦੇ ਸੁਭਾਅ ਦਾ ਪਤਾ ਨਾ ਲੱਗੇ ਕਿ ਕਿਹੋ ਜਿਹਾ ਹੈ। ਸਤਿਗੁਰਾਂ ਦੇ ਪਿਆਰ ਵਾਲਾ ਹੈ ਕਿ ਵੈਰ ਵਾਲਾ। ਯਤਨਾਂ ਮਗਰੋਂ ਇਸ ਨਿੱਕੋ ਤੋਂ ਮਾਂ ਨੂੰ ਪਤਾ ਲੱਗਾ ਕਿ ਟਿੱਕਾ ਇੱਕ ਚੁੱਪ ਰਹਿਣ ਵਾਲਾ ਲੜਕਾ ਹੈ, ਜਿਸ ਦੇ ਅੰਦਰ ਦਾ ਥਾਉ ਨਹੀਂ। ਪਰ ਜਦ ਕਦੇ ਕੋਈ ਜੰਗ ਛਿੜਦਾ ਹੈ ਤੇ ਭਬੋਰ ਦੇ ਦਰਬਾਰ ਗੱਲ ਛਿੜਦੀ ਹੈ, ਤਾਂ ਟਿੱਕਾ ਕਰਵਟ ਦੇ ਕਹਿ ਦਿੰਦਾ ਹੈ, ਛੋੜੋ ਰਾਜਿਆਂ ਦੇ ਵਿਰੋਧੀ ਪੱਖ, ਕਿਉਂ ਇਹਨਾਂ ਨਾਲ ਰਲਿਆ ਜਾਵੇ। ਮੂਰਖ ਹਨ। ਟਿੱਕੇ ਦਾ ਇਹ ਰੁਖ ਰਾਜੇ ਨੂੰ ਵੀ ਬਚਾਈ ਰੱਖਦਾ ਹੈ। ਰੁਖ ਦਾ ਪਤਾ ਲੱਗ ਜਾਣ ਤੇ ਮਾਂ ਨੇ ਧੀ ਦਾ ਸਾਕ ਪਾ ਦਿੱਤਾ ਤੇ ਵਿਆਹ ਹੋ ਗਿਆ। ਜਾਂ ਕਾਕੀ ਨਾਹਨ ਤੋਂ ਭਬੋਰ ਆਈ ਤਾਂ ਉਸਨੇ ਸਹੁਰੇ ਘਰ ਨੂੰ ਗੁਰੂ ਵੈਰ ਤੋਂ ਖਾਲੀ ਪਾਇਆ। ਜੇ ਕਦੇ ਸੁਣਿਆ ਤਾਂ ਇਹ ਕਿ ਵੱਡੇ ਰਾਓ ਜੀ ਗੁਰੂ ਜੀ ਦੇ ਪੱਖ ਦੀ ਗੱਲ ਕਰਦੇ ਹਨ। ਹੁਣ ਉਸਨੂੰ ਚਾਅ ਚੜੇ ਕਿ ਕਿਵੇਂ ਪਤੀ ਨੂੰ ਪ੍ਰੇਮੀ ਬਣਾਵਾਂ। ਬਾਣੀ ਦੀ ਨੇਮਣ। ਸੁਖਮਨੀ ਸਾਹਿਬ ਦੀ ਖਾਸ ਪ੍ਰੇਮਣ ਪਾਠ ਕਰਿਆ ਕਰੇ। ਪਤੀ ਸੁਣਿਆ ਕਰੇ ਪਰ ਕੁਝ ਕਿਹਾ ਨਾ ਕਰੇ। ਇਹ ਬਹੁਤ ਵੇਰੀ ਗੁਰੂ ਜੀ ਦਾ ਜਸ ਕਰੇ, ਬਾਣੀ ਦੀ ਮਹਿਮਾ ਆਖੇ, ਆਪਣੀ ਨਾਮ ਦੀ ਪ੍ਰਾਪਤੀ ਦੀ ਅਭਿਲਾਖ ਦੱਸੇ। ਟਿੱਕਾ ਸੁਣੇ ਪਰ ਜਵਾਬ ਲੱਗਦੇ ਚਾਰੇ, ਕਦੇ ਕੁਛ ਨਾ ਦੇਵੇ, ਦੇਵੇ ਤਾਂ ਚੁੱਪ ਦਾ ਉਪਦੇਸ਼। ਸਮਾਂ ਥੋੜਾ ਹੋਰ ਲੰਘਿਆ ਤਾਂ ਟਿੱਕਾ ਜੀ ਰਾਜਾ ਹੋ ਗਏ। ਹੁਣ ਇਹ ਰਾਣੀ ਹੋ ਗਈ। ਖੁੱਲ੍ਹ ਤੇ ਸਵੀਕਾਰ ਵੱਧ ਗਏ। ਹੋਰ ਵਿਆਹ ਹੋਣ ਦੀ ਥਾਵੇਂ ਰਾਜੇ ਦਾ ਪਿਆਰ ਸਗੋਂ ਹੋਰ ਵੱਧ ਗਿਆ। ਹੁਕਮ ਹਾਸਲ ਵੱਧ ਗਏ। ਪਰ ਨਾ ਵੱਧੀ ਤਾਂ ਇੱਕ ਗੱਲ, ਜੋ ਪਤੀ ਇਸ ਦੇ ਵਾਂਗ ਬਾਣੀ ਤੇ ਗੁਰੂ ਚਰਨਾਂ ਦਾ ਪ੍ਰੇਮੀ ਹੋਇਆ ਨਾ ਦਿਸੇ। ਪਰ ਇਹ ਅਚਰਜ ਗੱਲ ਵੇਖੇ ਕਿ ਕਿਸੇ ਯੁੱਧ ਵਿੱਚ ਵੀ ਭਬੋਰ ਨਾ ਜਾ ਕੇ ਰਲੇ। ਕੋਈ ਗੱਲ ਸਿੱਖਾਂ ਵਿਰੁੱਧ ਕਿ ਗੁਰੂ ਵਿਰੁੱਧ ਰਾਜ ਭਰ ਵਿੱਚ ਨਾ ਹੋਵੇ। ਕਿਤੇ ਰਾਣੀ ਨੂੰ ਕੋਈ ਮੂੰਹ ਪਵੇ ਤਾਂ ਉਸ ਦੀ ਦਰੁਸਤੀ ਤਤਕਾਲ ਹੋ ਜਾਵੇ। ਪਰ ਗੁਰੂ ਜਸ ਕੇ ਗੁਰੂ ਨਾਮ ਗੁਰਬਾਣੀ ਦਾ ਪਾਠ ਕੇ ਸੁਣਨ ਦਾ ਉਦਮ ਰਾਣੇ ਵਿੱਚ ਨਾ ਵੇਖ ਰਾਣੀ ਕਿਹਾ ਕਰੇ, ਹੇ ਬਿਦਨਾ, ਮੇਰੇ ਲੇਖ ਲਿਖਦਿਆਂ ਦੁੱਖਾਂ ਤੋਂ ਸਾਫ਼ ਰੱਖਦਿਆਂ ਜਦ ਮੇਰੀ ਦਿਲ ਦੀ ਲਕੀਰ ਦਾ ਵੇਲਾ ਆਉਂਦਾ ਸੀ ਤਾਂ ਤੂੰ ਖਾਲੀ ਛੱਡ ਜਾਂਦੀ ਸੀ। ਪਰ ਅੱਛਾ, ਇੱਥੇ ਮੇਰਾ ਗੁਰਬਾਣੀ ਦਾ ਪਿਆਰ ਆਪ ਲੀਕ ਵਾਹੇਗਾ ਤੇ ਆਪ ਸੋਹਣੀ ਕੱਕੇ ਵਾਹੇਗਾ। ਪਰ ਜਿੰਨੇ ਜ਼ੋਰ ਰਾਣੀ ਵਿੱਚ ਸਨ ਤੇ ਜਿੰਨੀ ਹਿੰਮਤ ਕੋਈ ਪਤੀ ਬ੍ਰਿਤਾ ਕਰ ਸਕਦੀ ਹੈ, ਰਾਣੀ ਨੇ ਕੀਤੀ। ਮੁਰਾਦ ਸਿਰੇ ਚੜਾਈ ਨਾ ਦਿਸੀ, ਪਰ ਨਾ ਦਿਸੀ। ਹਾਂ, ਭਰਮ ਰਾਣੀ ਨੂੰ ਰਹਿੰਦਾ ਸੀ ਕਿ ਕੋਈ ਲੁਕਵੀਂ ਗੱਲ ਹੈ ਜ਼ਰੂਰ। ਇੱਕ ਦਿਨ ਰਾਤ 2 ਪਹਿਰੇ ਬੀਤਦੀ ਤੱਕ ਰਾਣਾ ਰਾਣੀ ਗੱਲੀਂ ਲੱਗੇ ਰਹੇ। ਪਿਆਰ ਤੇ ਸਤਕਾਰ ਦੇ ਪ੍ਰਸੰਗ ਟੁਰੇ ਰਹੇ। ਰਾਣੀ ਨੇ ਗੁਰੂ ਜਸ ਸੁਣਿਆ, ਫੁਨਿਆਂ ਦਾ ਪਾਠ ਸੁਣਾਇਆ। ਰਾਣੇ ਸੁਣਿਆ ਪਰ ਆਖਿਆ ਕੁਝ ਨਾ, ਫਿਰ ਸੌਂ ਗਏ। ਕੋਈ 2 ਵਜੇ ਨਾਲ ਰਾਣਾ ਮਲਕੜੇ ਉੱਠਿਆ। ਪਲ ਪਰ ਰਾਣੀ ਦੇ ਪਲੰਗ ਸਿਰਾਣੇ ਖੜਾ ਤੱਕਦਾ ਰਿਹਾ। ਨਿਸ਼ਚੈ ਹੋ ਗਿਆ ਕਿ ਘੂਕ ਸੁੱਤੀ ਪਈ ਹੈ। ਫਿਰ ਮਲਕੜੇ ਤਿਲਕ ਗਿਆ, ਪਰ ਰਾਣੀ ਵਿੱਚੋਂ ਜਾਗਦੀ ਸੀ। ਰਾਜੇ ਦੇ ਇਸ ਤਰ੍ਹਾਂ ਖਿਸਕਣ ਪਰ ਅਚਰਜ ਹੋ ਉੱਠੀ।
ਤੇ ਦੱਬੇ ਪੈਰ ਮਗਰੇ ਗਈ। ਰਾਜੇ ਨੇ ਅੰਦਰੋਂ ਅੰਦਰ ਇੱਕ ਕਮਰੇ ਜਾ ਕੇ ਇੱਕ ਚਾਬੀ ਕੱਢੀ। ਉਹ ਇੱਕ ਲੰਮੀ ਤਾਕੀ ਅਲਮਾਰੀ ਨੂੰ ਲਾਈ। ਬੂਹੇ ਖੋਲੇ ਤਾਂ ਅੰਦਰ ਪੌੜੀਆਂ ਸਨ। ਇਹਨਾਂ ਥਾਣੀ ਹੇਠਾਂ ਉਤਰ ਗਿਆ ਤਾਂ ਉਸ ਅਲਮਾਰੀ ਵਿੱਚੋਂ ਆਹਟ ਹੋਈ। ਰਾਣੀ ਤਾੜ ਗਈ ਕਿ ਮੁੜ ਕੇ ਆ ਰਹੇ ਹਨ, ਸੋ ਛੇਤੀ ਛੇਤੀ ਆਪਣੇ ਮੰਜੇ ਤੇ ਜਾ ਲੇਟੀ। ਰਾਜੇ ਨੇ ਆ ਕੇ ਵੇਖਿਆ ਰਾਣੀ ਉਸੇ ਤਰ੍ਹਾਂ ਸੁੱਤੀ ਪਈ ਤੱਕੀ ਤੇ ਆਪ ਵੀ ਸੌਂ ਗਿਆ। ਹੁਣ ਰਾਣੀ ਦੇ ਜਾਗਣ ਦਾ ਵੇਲਾ ਸੀ। ਉਸਨੇ ਉੱਠ ਕੇ ਇਸ਼ਨਾਨ ਕੀਤਾ ਤੇ ਪਾਠ ਵਿੱਚ ਲੱਗੀ, ਭੋਗ ਪਾਇਆ, ਦਿਨ ਚੜ੍ਹਾਇਆ। ਰਾਣੀ ਨੇ ਰੋਜ਼ ਵਾਂਗ ਰਾਜੇ ਨੂੰ ਜਗਾਇਆ, ਇਸ਼ਨਾਨ ਕਰਾਇਆ, ਕੱਪੜੇ ਪਹਿਰਾਏ ਤੇ ਕੁਝ ਖਿਲਾ ਕੇ ਦਰਬਾਰ ਟੋਰਿਆ। ਤ੍ਰੀਮਤਾਂ ਨੂੰ ਹੈਰਾਨੀ ਛੇਤੀ ਚਿੰਬੜ ਜਾਇਆ ਕਰਦੀ ਹੈ। ਐਡੀ ਸੋਹਣੀ ਤੇ ਚੰਗੀ ਰਾਣੀ ਵੀ ਹੈਰਾਨੀ ਵਿੱਚ ਰੁੜ ਰਹੀ ਹੈ ਕਿ ਅਲਮਾਰੀ ਦੇ ਰਸਤੇ ਕੀ ਹੁੰਦਾ ਹੈ। ਤੇ ਅੱਜ ਦੇਵ ਵੱਲੋਂ ਮਦਦ ਮਿਲ ਗਈ। ਕੁੰਜੀਆਂ ਰਾਣਾ ਜੀ ਭੁੱਲ ਗਏ ਸਨ। ਇਹ ਲੈ ਤਤਕਾਲ ਉੱਥੇ ਪੁੱਜੀ। ਉਸ ਅਲਮਾਰੀ ਨੂੰ ਖੋਲ੍ਹਿਆ, ਕਮਰੇ ਦਾ ਬੂਹਾ ਅੰਦਰੋਂ ਮਾਰ ਲਿਆ, ਪਰ ਅਲਮਾਰੀ ਦਾ ਬੂਹਾ ਖੁੱਲ੍ਹਾ ਛੱਡ ਕੇ ਹੇਠਾਂ ਉਤਰ ਗਈ। ਅੱਗੇ ਇੱਕ ਹੋਰ ਬੂਹਾ ਸੀ, ਪਰ ਉਹ ਢੋਇਆ ਹੋਇਆ ਸੀ। ਇਸ ਨੂੰ ਖੋਲ ਕੇ ਅੰਦਰ ਗਈ ਤਾਂ ਇੱਕ ਛੋਟਾ ਜਿਹਾ ਕਮਰਾ ਸੀ। ਕਾਲੀਨ ਵਿਛਿਆ ਹੋਇਆ ਸੀ, ਤਖਤ ਪੋਸ਼ ਢੱਠਾ ਹੋਇਆ ਸੀ, ਉੱਤੇ ਮੰਜੀ ਸਾਹਿਬ ਤੇ ਚੌਰ ਸੀ। ਇੱਕ ਪਾਸੇ ਖੁਰਾ ਸੀ ਜਿਸ ਤੇ ਚੌਕੀ ਤੇ ਜਲ ਦਾ ਗੜਵਾ ਸੀ। ਕਮਰੇ ਨੂੰ ਟੋਲਦਿਆਂ ਇੱਕ ਲੰਮੀ ਅਲਮਾਰੀ ਦਿਸੀ। ਉਹ ਖੁੱਲੀ ਤਾਂ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਆਰਾਮ ਵਿੱਚ ਬਿਰਾਜਮਾਨ ਸੀ। ਡਾਢੇ ਪਿਆਰ ਤੇ ਬੇਬਲਤਾ ਦੇ ਗੁੱਸੇ ਵਿੱਚ ਬੋਲੀ, ਹਾਏ ਬਿਦਨਾ, ਤੇਰੇ ਛਲ ਮੈਨੂੰ ਐਡਾ ਗੁਰੂ ਪ੍ਰੇਮੀ ਪਤੀ ਦੇ ਕੇ ਫਿਰ ਕਿਉਂ ਤੜਫਣੀਆਂ ਵਿੱਚ ਰੱਖਿਆ। ਮੇਰੀ ਮੁਰਾਦ ਮੇਰੀ ਬੁੱਕਲ ਵਿੱਚ ਦੇ ਕੇ ਮੇਰੇ ਸੀਨੇ ਨਾਲ ਲਾ ਕੇ ਫਿਰ ਵਿਯੋਗ ਵਰਤਾਈ ਰੱਖਿਆ। ਇਹ ਅਨੋਖਾ ਚਾਲਾ ਤੇ ਮੇਰੇ ਨਾਲ ਹੀ ਵਰਤਿਆ ਹੈ। ਸਿਰ ਹਿਲਾ ਕੇ ਵਾਹ ਵਾਹ, ਸ਼ੁਕਰ, ਮੇਰਾ ਇਹ ਨਿਕਾਰਾ ਸਰੀਰ ਗੁਰੂ ਕੇ ਸਿੱਖ ਦੀ ਸੇਵਾ ਵਿੱਚ ਸਫਲ ਹੋਇਆ ਹੈ। ਮੈਂ ਬੰਦੀ ਨੂੰ ਸਿੱਖ ਦਾ ਸਿਰ ਛੱਤਰ ਮਿਲਿਆ। ਉਹ ਜਾਣੇ ਮੈਨੂੰ ਪਤਾ ਨਹੀਂ ਸੀ ਤਾਂ ਕੀ ਹੋਇਆ। ਬਿਦਨਾ ਬੇਦਰਦ ਹੈ, ਕਿਸੇ ਦੀ ਝੋਲੀ ਮੁਰਾਦ ਪਾਉਂਦੀ ਨਹੀਂ, ਪਾਵੇ ਤਾਂ ਨੈਣਾ ਅੱਗੇ ਪਰਦਾ ਤਾਣ ਦਿੰਦੀ ਹੈ। ਸ਼ੁਕਰ ਹੈ ਅੱਜ ਕਿਸੇ ਮੇਰ ਨੇ ਮੇਰੇ ਛੋੜ ਕੱਟ ਕਾਤੇ ਹਨ। ਰਾਣੀ ਨੇ ਹੁਣ ਬੜੇ ਪ੍ਰੇਮ ਤੇ ਅਦਬ ਨਾਲ ਪ੍ਰਕਾਸ਼ ਕੀਤਾ। ਰੋ ਰੋ ਕੇ ਸ਼ੁਕਰ ਨਾਲ ਗਦ ਹੋ ਕੇ ਪਾਠ ਕੀਤਾ। ਸਦਕੇ ਵਾਰੀ ਗਈ, ਰੁਮਾਲ ਪਾਇਆ, ਕਮਰੇ ਨੂੰ ਸਿਰ ਦੇ ਦੁਪੱਟੇ ਨਾਲ ਮਲਕੜੇ ਪੂੰਝਿਆ ਤੇ ਸਿਰ ਤੇ ਉਹ ਦੁਪੱਟਾ ਲੈ ਕੇ ਰੋ ਕੇ ਕਿਹਾ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀ ਗਤ ਪਾਹੇ। ਕਿਰਪਾਨ ਚਾਈ, ਦੇਖੀ ਤਾਂ ਫਿਰ ਧਰ ਦਿੱਤੀ। ਫਿਰ ਗੁਰੂ ਬਾਬੇ ਨੂੰ ਮੱਥਾ ਟੇਕਿਆ, ਸ਼ੁਕਰ ਵਿੱਚ ਭਰੀ, ਰੋਈ, ਅਰਦਾਸ ਕੀਤੀ ਤੇ ਸਵਾਤ ਪਾਰੀ ਪਿੱਛੇ ਪਰਤ ਪਈ। ਬਾਬਾ ਜੀ ਦਾ ਸਵਾਰਾ ਕਰਨਾ ਉਸੇ ਰਸਤਾਰ ਵਿੱਚ ਭੁੱਲ ਗਈ। ਪੌੜੀਆਂ ਚੜ੍ਹਾਈ ਤੇ ਬੂਹਾ ਮੀਟਿਆ, ਕੁੰਜੀ ਫੇਰੀ ਤੇ ਆਪਣੇ ਕਮਰੇ ਵਿੱਚ ਆ ਗਈ। ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਅੱਗੇ ਪੜ੍ਹ ਕੇ ਸੁਣਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।